ਸਭ ਤੋਂ ਪੁਰਾਣਾ ਅਲਾਇੰਸ ਪਾਰਟੀ ਹੋਵੇ, ਕਿਸਾਨਾਂ ਦੀ ਹਤੈਸ਼ੀ ਪਾਰਟੀ ਹੋਵੇ, ਕਿਸਾਨਾਂ ਲਈ ਲੜਦੀ ਆ ਰਹੀ ਹੋਵੇ, ਤੇ ਭਾਜਪਾ ਨੇ ਤੁਹਾਨੂੰ ਪੁੱਛਿਆ ਕਿਉਂ ਨਹੀਂ ਖੇਤੀ? ਪੰਜਾਬ ਦੇ ਵਿੱਚ ਚਾਹੇ ਲੋਕ ਸਭਾ ਦੇ ਚੋਣਾਂ ਹੋਣ, ਵਿਧਾਨ ਸਭਾ ਦੀਆਂ ਚੋਣਾਂ ਹੋਣ, ਕੋਈ ਵੀ ਚੋਣਾਂ ਹੋਣ, ਇਕੱਠੇ ਲੜਦੇ ਆਏ ਹੋ ਤੇ ਹੁਣ ਅੱਡ ਲੜੋਗੇ, ਨੁਕਸਾਨ ਹੋਊਗਾ ਅਕਾਲੀ ਦਲ ਨੂੰ? ਨਹੀਂ। ਤੁਸੀਂ 10 ਸਾਲ ਸੱਤਾ ਦਾ ਸੁੱਖ ਭੋਗ ਕੇ ਹੁਣ ਕਹਿ ਰਹੇ ਨੁਕਸਾਨ ਹੋ ਰਿਹਾ। ਤੁਹਾਡੇ ਵਿਰੋਧੀ ਕਹਿੰਦੇ ਨੇ ਕਿ 22 ਤੱਕ ਕਰਦੇ ਕਰਦੇ ਤੁਸੀਂ ਫੇਰ ਅਲਾਇੰਸ ਉਹਨਾਂ ਨਾਲ ਗੱਠਜੋੜ ਕਰ ਲੈਣਾ ਦੁਬਾਰਾ। ਉਹ ਜੀ ਹੁਣ ਵਿਰੋਧੀ ਕਹਿੰਦਾ ਡਰਾਮਾ ਕਰ ਰਹੇ ਨੇ, ਤੁਸੀਂ ਡਰਾਮੇਬਾਜ਼ੀ ਹੋ ਰਹੀ ਹੈ। ਟਵੀਟ ਕੀਤਾ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ ਹਰਪਾਲ ਸਿੰਘ ਚੀਮਾ ਵੀ। ਮਾਸਟਰ ਮੋਹਨ ਲਾਲ ਦਾ ਬਿਆਨ ਆਇਆ ਹੈ, ਸਾਬਕਾ ਮੰਤਰੀ ਨੇ, ਉਹ ਕਹਿੰਦੇ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਿਆ ਨਹੀਂ ਗਿਆ। ਪ੍ਰਕਾਸ਼ ਸਿੰਘ ਬਾਦਲ ਸਾਡੇ ਪਿਤਾ ਸਮਾਨ ਨੇ, ਉਹਨਾਂ ਦੇ ਬਿਨਾਂ ਪੁੱਛੇ ਤੋਂ ਇਹ ਗੱਠਜੋੜ ਤੋੜਤਾ ਅਕਾਲੀ ਬੀਜੇਪੀ ਦਾ। ਮਹਿਸ਼ਿੰਦਰ ਜੀ, ਕੈਪਟਨ ਸਾਹਿਬ ਦਾ ਪਹਿਲਾ ਬਿਆਨ ਆਇਆ ਕਿ ਟੂ ਲੇਟ ਟੂ ਲਿਟਲ ਜਦੋਂ ਵਜ਼ੀਰੀ ਛੱਡੀ ਹੈ, ਤੇ ਹੁਣ ਕਹਿ ਰਹੇ ਨੇ ਕਿ ਜੇ ਨਾ ਛੱਡਦੇ ਤਾਂ ਐਨਡੀਏ ਨੇ ਆਪ ਹੀ ਕੱਢ ਦੇਣਾ ਸੀਗਾ ਅਲਾਇੰਸ ਦੇ ਵਿੱਚ। ਜਦ ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਉਦੋਂ ਕੀ ਕੀਤਾ? ਉਦੋਂ ਨਾ ਕੈਪਟਨ ਸਾਹਿਬ ਨੇ ਉਹਨਾਂ ਨੂੰ ਕਿਹਾ ਕਾਂਗਰਸੀਆਂ ਨੂੰ ਕਿ ਯੂ ਹੈਵ ਡਨ ਨਾਟ ਈਵਨ ਅ ਲਿਟਲ। ਲੇਟ ਦੀ ਗੱਲ ਛੱਡੋ, ਲਿਟਲ ਵੀ ਨਹੀਂ ਕੀਤਾ। ਜਾਖੜ ਸਾਹਿਬ ਜੀ ਐਡੇ ਦੁੱਧ ਧੋਤੇ ਹੋ, ਜਦ ਤੁਹਾਡੀ ਮੀਟਿੰਗ ਬੁਲਾਈ ਪੰਜਾਬ ਸਰਕਾਰ ਦਾ ਨੁਮਾਇੰਦਾ ਸਰਦਾਰ ਮਨਪ੍ਰੀਤ ਸਿੰਘ ਬਾਦਲ ਗਿਆ 2 ਮੀਟਿੰਗਾਂ 'ਚ, ਤੇ ਉੱਥੇ ਆਪਣੀ ਸਹਿਮਤੀ ਦੇ ਕੇ ਆਇਆ ਇਹ ਬਿੱਲਾਂ ਨੂੰ, ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਆ ਕੇ ਕਿਉਂ ਨਹੀਂ ਗੱਲ ਦੱਸੀ? ਜਿੱਥੇ ਪੰਜਾਬੀਆਂ ਦੇ ਨਾਲ ਅਨਿਆਏ ਦੀ ਗੱਲ ਹੋਊਗੀ, ਜਿੱਥੇ ਪੰਜਾਬੀਆਂ ਨਾਲ ਜ਼ਿਆਦਤੀ ਦੀ ਗੱਲ ਹੋਊ, ਜਿੱਥੇ ਪੰਜਾਬੀਆਂ ਦੇ ਮਾਣ ਤੇ ਸਨਮਾਨ ਨੂੰ ਸੱਟ ਵੱਜਦੀ ਹੋਊ, ਜਿੱਥੇ ਪੰਜਾਬੀਆਂ ਦੀ ਬੋਲੀ ਦਾ ਨਰਾਦਰ ਕੀਤਾ ਜਾਊ, ਜਿੱਥੇ ਪੰਜਾਬੀਆਂ ਦੇ ਬਣਦੇ ਹੱਕ ਨਹੀਂ ਦਿੱਤੇ ਜਾਣਗੇ, ਉਹਨਾਂ ਹੱਕਾਂ ਲਈ ਸ਼੍ਰੋਮਣੀ ਅਕਾਲੀ ਦਲ ਲੜਾਈ ਕਰੂ। ਸਰਕਾਰ ਦੂਜੇ ਨੰਬਰ ਤੇ। ਸ਼੍ਰੋਮਣੀ ਅਕਾਲੀ ਦਲ ਪਾਵਰ ਨੂੰ ਲੱਤ ਮਾਰਨ ਲਈ ਸਿਧਾਂਤਕ ਫੈਸਲੇ ਲੈਂਦਾ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ। ਤੇ ਅਕਾਲੀ ਦਲ ਅਤੇ ਭਾਜਪਾ ਦਾ ਗੱਠ ਜੋੜ ਟੁੱਟ ਚੁੱਕਿਆ ਏ। 9 ਤੇ ਮਾਸ ਦਾ ਰਿਸ਼ਤਾ ਕਹਿੰਦੇ ਅਲੱਗ ਹੋ ਗਿਆ ਏ। ਆਖਿਰ ਕਿਉਂ ਹੋਇਆ? ਇਸੇ ਤੇ ਗੱਲਬਾਤ ਕਰਨ ਦੇ ਲਈ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਮੁੱਖ ਬੁਲਾਰੇ ਮਹੇਸ਼ਿੰਦਰ ਸਿੰਘ ਗਰੇਵਾਲ ਸਾਡੇ ਨਾਲ ਨੇ। ਗਰੇਵਾਲ ਸਾਹਿਬ, ਪਹਿਲਾਂ ਤਾਂ ਸਵਾਗਤ ਹੈ ਤੁਹਾਡਾ। ਬਹੁਤ ਮਿਹਰਬਾਨੀ ਜੀ, ਬਹੁਤ। ਨਾਲ ਸਵਾਲ ਵੀ ਹੈ ਕਿ ਆਖਿਰ ਜਿਹਨੂੰ 9 ਮਾਸ ਦਾ ਰਿਸ਼ਤਾ ਕਹਿੰਦੇ ਸੀਗੇ ਉਹ ਟੁੱਟ ਕਿਉਂ ਗਿਆ? ਦੇਖੋ, ਜਦ ਮਾਸ 9 ਤੋਂ ਦੂਰੀਆਂ ਕਰਨ ਲੱਗ ਪਵੇ ਜੀ, 9 ਮਾਸ ਦਾ ਰਿਸ਼ਤੇ ਦਾ ਮਤਲਬ ਇਹ ਹੁੰਦਾ ਕਿ ਦੋਨੋਂ ਜੁੜੇ ਹੋਏ ਨੇ। ਬਿਲਕੁਲ। ਜਦ ਮਾਸ ਦੂਰ ਹੋਣ ਲੱਗ ਪਏ ਫਿਰ 9 ਇਕੱਲਾ ਫੈਸਲਾ ਲੈਣਾ ਹੀ ਪੈਂਦਾ ਹੈ। ਜੋ ਰਾਣਾ ਜੀ ਅੱਜ ਰਾਜਨੀਤਿਕ ਸਥਿਤੀ ਪੰਜਾਬ ਵਿੱਚ ਹੋਈ ਜੀ, ਜੋ ਪਿਛੋਕੜ ਵਿੱਚ ਗੱਲ ਹੋਈ, ਉਹ ਸਾਰੀਆਂ ਗੱਲਾਂ ਦੇ ਵਿੱਚ ਇਹ ਗੱਲਾਂ ਇਸ ਫੈਸਲੇ ਨੂੰ ਵਾਚਣ ਲਈ ਬਹੁਤ ਜ਼ਰੂਰੀ ਨੇ ਜੀ। ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਪੰਜਾਬ ਦੀ ਮਾਂ ਪਾਰਟੀ ਹੈ, ਪੰਜਾਬ ਦੀ ਵਾਰਿਸ ਪਾਰਟੀ ਹੈ, ਪੰਜਾਬੀਆਂ ਤੇ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ, ਤੇ ਪੰਜਾਬੀਆਂ ਦੀ ਹਰ ਗੱਲ 'ਚ ਤਰਜਮਾਨੀ ਕਰਦੀ ਹੈ। ਜਦ ਇਹ ਸਥਿਤੀ ਕ੍ਰੀਏਟ ਹੋ ਗਈ ਕਿ ਆਪਣਾ ਇਹ ਜ਼ਿੰਮੇਵਾਰੀ ਅਕਾਲੀ ਦਲ ਇਹ ਹਾਲਾਤ ਵਿੱਚ ਨਿਭਾਉਣ ਤੋਂ ਜੀ ਮੁਸ਼ਕਲ ਮਹਿਸੂਸ ਕਰਨ ਲੱਗਾ, ਤੇ ਫਿਰ ਪਾਰਟੀ ਨੂੰ ਇਹ ਫੈਸਲਾ ਲੈਣਾ ਪਿਆ। ਕਹਿ ਰਹੇ ਹਾਂ ਕਿ ਅਕਾਲੀ ਦਲ ਦੀ ਸਿਆਸੀ ਮਜਬੂਰੀ ਹੈ, ਇਸ ਕਰਕੇ ਤੋੜਿਆ, ਦਬਾਅ ਤਹਿਤ ਤੋੜਿਆ ਗਿਆ। ਇਹ ਨਹੀਂ ਕਿ ਅਕਾਲੀ ਦਲ ਨੇ ਆਪਣਾ ਕੋਈ ਨਿਰਪੱਖ ਹੋ ਕੇ ਫੈਸਲਾ ਲੈ ਲਿਆ। ਦੇਖੋ, ਦਬਾਅ ਕਿਹਦਾ, ਮੈਨੂੰ ਤਾਂ ਇੱਕ ਨਹੀਂ ਸਮਝ ਆਈ। ਰਾਜਨੀਤੀ ਕਾਹਦੀ ਹੁੰਦੀ ਹੈ? ਪਾਵਰ ਲਈ। ਪਾਵਰ ਨੂੰ ਪ੍ਰਾਪਤ ਕਰਨ ਲਈ ਗੈਰ ਸਿਧਾਂਤਕ ਫੈਸਲੇ ਦੂਜੀਆਂ ਪਾਰਟੀਆਂ ਲੈਂਦੀਆਂ ਨੇ। ਸ਼੍ਰੋਮਣੀ ਅਕਾਲੀ ਦਲ ਪਾਵਰ ਨੂੰ ਲੱਤ ਮਾਰਨ ਲਈ ਸਿਧਾਂਤਕ ਫੈਸਲੇ ਲੈਂਦਾ ਹੈ। ਜੇ ਰਾਜਨੀਤੀ ਕਰਨੀ ਹੁੰਦੀ, ਜੇ ਕੋਈ ਦਬਾਅ ਹੁੰਦਾ, ਤਾਂ ਦਬਾਅ ਤਾਂ ਅਕਾਲੀ ਦਲ ਨੇ ਅੱਜ ਤੱਕ ਮੰਨਿਆ ਹੀ ਨਹੀਂ। ਤੁਹਾਨੂੰ ਮੈਂ ਇੱਥੇ ਗੱਲ ਇਹ ਜ਼ਰੂਰ ਕਹਿਣੀ ਚਾਹੂੰਗਾ ਕਿ ਜਦ 1975 'ਚ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ, ਸਮੁੱਚੇ ਹਿੰਦੁਸਤਾਨ ਦੇ ਪੋਲੀਟੀਕਲ ਲੀਡਰ ਫੜ ਲਏ ਉਹਨਾਂ ਨੇ ਜੀ। ਕੇਵਲ ਪੰਜਾਬ ਦੀ ਮਿਸਾਲ ਸੀ ਜਿੱਥੇ ਕਿਸੇ ਅਕਾਲੀ ਲੀਡਰ ਨੂੰ ਟੱਚ ਨਹੀਂ ਕੀਤਾ, ਤੇ ਉਹਨਾਂ ਨੇ ਆਪਣੇ ਦੂਤਾਂ ਰਾਹੀਂ ਇਹ ਸੁਨੇਹੇ ਵੀ ਭੇਜੇ ਕਿ ਅਕਾਲੀ ਦਲ ਪੰਜਾਬ 'ਚ ਸਰਕਾਰ ਬਣਾਵੇ। ਕਾਂਗਰਸ ਇਹ ਵਾਅਦਾ ਕਰਦੀ ਹੈ ਕਿ ਉਹ ਅਸੈਂਬਲੀ ਨਹੀਂ ਲੜਿਆ ਕਰੂ, ਪਾਰਲੀਮੈਂਟ ਵਿੱਚ ਦੋਨੋਂ ਆਪਾਂ ਅੱਧੇ ਲੜਿਆ ਕਰਾਂਗੇ। ਪੰਜਾਬ ਤੁਹਾਡੇ ਹਾਲੇ, ਦਿੱਲੀ ਸਾਡੇ ਨਾਲ ਸਾਂਝ ਰੱਖੋ, ਪਰ ਐਮਰਜੈਂਸੀ ਦੇ ਵਿਰੁੱਧ ਮੋਰਚਾ ਨਾ ਲਾਓ। ਉਦੋਂ ਵੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਫੈਸਲਾ ਕਰਕੇ ਕਿ ਗੈਰ ਸਿਧਾਂਤਕ ਤੇ ਗੈਰ ਸੰਵਿਧਾਨਕ ਗੱਲ ਨੂੰ ਕਬੂਲ ਕਰਕੇ ਸੱਤਾ ਨੂੰ ਜੱਫੀ ਪਾਉਣ ਵਾਲਾ ਅਕਾਲੀ ਦਲ ਨਹੀਂ। ਅਕਾਲੀ ਦਲ ਨੇ ਮੋਰਚਾ ਲਾਇਆ, ਦੂਜੀਆਂ ਪਾਰਟੀਆਂ ਦੇ ਲੀਡਰ ਫੜੇ, ਅਕਾਲੀ ਦਲ ਨੇ ਗ੍ਰਿਫਤਾਰੀ ਦਿੱਤੀ, 19 ਮਹੀਨੇ ਜੇਲ੍ਹਾਂ 'ਚ ਰਹੇ। ਸੋ ਜਿਹੜੇ ਲੋਕ ਇਹ ਮਜਬੂਰੀ ਨੂੰ ਕਹਿੰਦੇ ਨੇ ਨਾ, ਉਹਨਾਂ ਨੂੰ ਇਸ ਵੇਲੇ ਆਪਣੇ ਆਪ ਨੂੰ ਰਾਜਨੀਤਿਕ ਤੌਰ ਤੇ ਇਕੱਲੇ ਦੇਖਣ ਕਰਕੇ
ਇਹ ਸਾਰੇ ਬਿਆਨ ਬੁਖਲਾਹਟ ਦੇ ਬਿਆਨ ਨੇ। ਮਹਿਸ਼ਿੰਦਰ ਜੀ, ਕੈਪਟਨ ਸਾਹਿਬ ਦਾ ਪਹਿਲਾ ਬਿਆਨ ਆਇਆ ਕਿ ਟੂ ਲੇਟ ਟੂ ਲਿਟਲ ਜਦੋਂ ਵਜ਼ੀਰੀ ਛੱਡੀ ਹੈ, ਤੇ ਹੁਣ ਕਹਿ ਰਹੇ ਨੇ ਕਿ ਜੇ ਨਾ ਛੱਡਦੇ ਤਾਂ ਐਨਡੀਏ ਨੇ ਆਪ ਹੀ ਕੱਢ ਦੇਣਾ ਸੀਗਾ ਅਲਾਇੰਸ ਦੇ ਵਿੱਚੋਂ। ਰਾਣਾ ਜੀ, ਮੈਂ ਸਮਝਦਾ ਕਿ ਮੁੱਖ ਮੰਤਰੀ ਜੀ ਨੇ ਜਿਹੜਾ ਕਿਹਾ ਇਹ ਸਾਰਾ ਰਾਜਨੀਤਿਕ ਘਬਰਾਹਟ ਦਾ ਨਤੀਜਾ ਹੈ। ਕਦੋਂ ਛੱਡਦਾ ਬੰਦਾ? ਜਦ ਉਹ ਸਮਝਦਾ ਕਿ ਜਿਹੜੀ ਗੱਲ ਦੇ ਲਈ ਉਹ ਮੁਦਈ ਆ, ਜਿਹੜੀ ਗੱਲ ਉਹ ਲਈ ਵਚਨਬੱਧ ਹੈ, ਜਦ ਉਹ ਗੱਲ ਨਾ ਹੋਵੇ ਤਾਂ ਉਸ ਗੱਲ ਦਾ ਹੁੰਦਾ। ਪਾਰਲੀਮੈਂਟ ਵਿੱਚ ਜਦ ਬਿੱਲ ਆਏ, ਜਦ ਬਿੱਲ ਪਾਸ ਹੋਣੇ ਸੀ, ਜਦ ਬਿੱਲ ਲਈ ਵੋਟਾਂ ਪੈਣੀਆਂ ਸੀ, ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਵਜ਼ੀਰ ਬੀਬਾ ਹਰਸਿਮਰਤ ਕੌਰ ਨੇ ਅਸਤੀਫਾ ਦਿੱਤਾ ਜੀ। ਉਦੋਂ ਪਹਿਲਾਂ ਕੀ ਮੌਕਾ ਸੀ ਜੀ? ਨਾਲੇ ਮੈਂ ਇੱਥੇ ਇੱਕ ਗੱਲ ਕਹਿਣੀ ਚਾਹੁੰਦਾ, ਬੜੀ ਦ੍ਰਿੜਤਾ ਨਾਲ ਤੇ ਜ਼ਿੰਮੇਵਾਰੀ ਨਾਲ। ਰਾਣਾ ਜੀ, ਅੱਜ ਜੋ ਪੰਜਾਬ ਸੰਤਾਪ ਭੋਗ ਰਿਹਾ ਨਾ, ਭਾਵੇਂ ਉਹ ਪੰਜਾਬੀ ਬੋਲਦੇ ਇਲਾਕਿਆਂ ਦੇ ਆ, ਭਾਵੇਂ ਉਹ ਚੰਡੀਗੜ੍ਹ ਦੇ ਆ, ਭਾਵੇਂ ਪੰਜਾਬ ਦੇ ਪਾਣੀਆਂ ਦੇ ਨੇ, ਜੇ ਕਿਤੇ ਕਾਂਗਰਸ ਦੇ ਮੰਤਰੀ ਤੇ ਲੀਡਰ ਜਿਹੜੇ ਪੰਜਾਬ ਦੀ ਨੁਮਾਇੰਦਗੀ ਦਿੱਲੀ ਵਿੱਚ ਕਰਦੇ ਸੀ, ਉਸ ਵੇਲੇ ਜਿਹੜਾ ਫੈਸਲਾ ਸ਼੍ਰੋਮਣੀ ਅਕਾਲੀ ਦਲ ਨੇ ਦ੍ਰਿੜਤਾ ਨਾਲ ਲਿਆ ਤੇ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਦੀ ਧੀ ਬੀਬਾ ਹਰਸਿਮਰਤ ਕੌਰ ਨੇ ਲਿਆ, ਜੇ ਉਹਨਾਂ ਦੇ ਉਸ ਵੇਲੇ ਕਾਂਗਰਸ ਦੇ ਨੁਮਾਇੰਦਿਆਂ ਨੇ ਫੈਸਲੇ ਲਏ ਹੁੰਦੇ ਆ, ਜਾਂ ਹੱਲ ਨਾ ਹੁੰਦਾ। ਜਦ ਪੰਜਾਬੀ ਸੂਬਾ ਲੰਗੜਾ ਲੂਲਾ, ਪੰਜਾਬੀ ਇਲਾਕੇ, ਪੰਜਾਬ ਦੇ ਹੈੱਡਵਰਕਸ, ਪੰਜਾਬੀ ਬੋਲਦੇ ਇਲਾਕੇ, ਪੰਜਾਬ ਦੇ ਪਾਣੀ ਖੋਹੇ ਗਏ, ਜੇ ਉਸ ਵੇਲੇ ਪੰਜਾਬ ਦੀ ਨੁਮਾਇੰਦਗੀ ਕਰਦੇ ਦਿੱਲੀ ਵਿੱਚ ਬੈਠੇ ਕਾਂਗਰਸੀ ਵਜ਼ੀਰ ਅਸਤੀਫਾ ਦਿੰਦੇ, ਗੱਦੀ ਨੂੰ ਲੱਤ ਮਾਰਦੇ, ਪੰਜਾਬ ਦੇ ਨਾਲ ਖੜਦੇ, ਤੇ ਪੰਜਾਬ ਨਾਲ ਬੇਇਨਸਾਫੀ ਨਹੀਂ ਸੀ ਹੋਣੀ। ਦੂਸਰੀ ਮੈਂ ਗੱਲ ਤੁਹਾਡੇ ਨਾਲ ਬੜੀ ਇੱਕ ਹੋਰ ਕਹਿਣੀ ਚਾਹੁੰਦਾ ਕਿ ਛੱਡੋ ਹੋਰ ਗੱਲਾਂ ਨੂੰ, ਆਪਰੇਸ਼ਨ ਬਲੂ ਸਟਾਰ ਤੋਂ ਵੱਡਾ ਤਾਂ ਪਾਪ ਕੋਈ ਨਹੀਂ ਹੋ ਸਕਦਾ। ਬਹੁਤ ਵੱਡਾ ਗੁਨਾਹ ਸੀ। ਹਿੰਦੁਸਤਾਨ ਦਾ ਰਾਸ਼ਟਰਪਤੀ ਸਿੱਖ ਪੰਜਾਬ ਦਾ, ਹਿੰਦੁਸਤਾਨ ਦਾ ਗ੍ਰਹਿ ਮੰਤਰੀ ਸਿੱਖ ਪੰਜਾਬ ਦਾ ਸਰਦਾਰ ਬੂਟਾ ਸਿੰਘ, ਜਦ ਉਹਨਾਂ ਨੂੰ ਪਤਾ ਸੀ ਇਹ ਕਰਨ ਲੱਗਿਆ, ਉਦੋਂ ਛੱਡ ਦਿੰਦੇ ਤਾਂ ਮੈਂ ਕਹਿ ਦੇਣਾ ਆਪਰੇਸ਼ਨ ਬਲੂ ਸਟਾਰ ਨਹੀਂ ਸੀ ਹੋਣਾ। ਜੇ ਦੋਨੋਂ ਇਹ ਲੀਡਰ ਉਸ ਵੇਲੇ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੰਦੇ, ਦਿੱਲੀ ਸੋਚਾਂ 'ਚ ਪੈ ਜਾਂਦੀ, ਗੱਦੀ ਨੂੰ ਚਿੰਬੜੇ ਰਹੇ। ਤੇ ਜੇ ਉਦੋਂ ਬਾਅਦ ਦੇਖ ਲਓ, ਜਦ ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ, ਉਦੋਂ ਕੀ ਕੀਤਾ? ਉਦੋਂ ਨਾ ਕੈਪਟਨ ਸਾਹਿਬ ਨੇ ਉਹਨਾਂ ਨੂੰ ਕਿਹਾ ਕਾਂਗਰਸੀਆਂ ਨੂੰ ਕਿ ਯੂ ਹੈਵ ਡਨ ਨਾਟ ਈਵਨ ਏ ਲਿਟਲ। ਲੇਟ ਦੀ ਗੱਲ ਛੱਡੋ, ਲਿਟਲ ਵੀ ਨਹੀਂ ਕੀਤਾ। ਜਿਨ੍ਹਾਂ ਨੇ ਕੀਤੀ ਹੈ, ਪੰਜਾਬ ਦੇ ਵਿੱਚ ਨਵਾਂ ਇਤਿਹਾਸ ਰਚਿਆ। ਰਾਣਾ ਸਾਹਿਬ, ਤੁਹਾਨੂੰ ਮੈਂ ਸਮਝਦਾ ਸ਼ਾਇਦ ਤੁਹਾਡੀ ਉਮਰ ਤੋਂ ਪੁਰਾਣੀ ਗੱਲ ਹੋਵੇ, ਸੀ ਸੁਬਰਾਮਨੀਅਮ ਹਿੰਦੁਸਤਾਨ ਦੀ ਗਵਰਨਮੈਂਟ ਦਾ ਫਾਈਨੈਂਸ ਮਿਨਿਸਟਰ ਸੀ ਜੀ, ਪ੍ਰਾਈਮ ਮਿਨਿਸਟਰ ਸੀ ਜਵਾਹਰ ਲਾਲ ਨਹਿਰੂ। ਉਹ ਮਦਰਾਸ ਨੂੰ ਰਿਪਰੈਜ਼ੈਂਟ ਕਰਦਾ ਸੀ। ਉਹ ਵੀਕਐਂਡ 'ਤੇ ਮਦਰਾਸ ਗਿਆ ਹੋਇਆ ਤੇ ਦਿੱਲੀੋਂ ਅਨਾਊਂਸਮੈਂਟ ਹੋ ਗਈ। ਅਨਾਊਂਸਮੈਂਟ ਕੀ ਹੋਈ ਕਿ ਜਿਹੜੀਆਂ ਹਿੰਦੀ ਦੀਆਂ ਨਿਊਜ਼ ਆ ਆਲ ਇੰਡੀਆ ਰੇਡੀਓ ਤੋਂ, ਉਹ ਹੁਣ ਤੋਂ ਮਦਰਾਸ ਵਿੱਚ ਵੀ ਰਿਲੇ ਕੀਤੀਆਂ ਜਾਣਗੀਆਂ। ਮਦਰਾਸ 'ਚ ਅੱਗ ਲੱਗ ਗਈ ਕਿ ਸਾਡੇ 'ਤੇ ਹਿੰਦੀ ਠੋਸਣ ਦਾ ਯਤਨ ਕੀਤਾ ਜਾ ਰਿਹਾ। ਸੀ ਸੁਬਰਾਮਨੀਅਮ ਨੇ ਉੱਥੋਂ ਮਦਰਾਸ ਤੋਂ ਬੈਠਿਆ ਆਪਣਾ ਅਸਤੀਫਾ ਭੇਜਿਆ। ਜੇ ਉਹ ਇਤਿਹਾਸ ਕਿਤੇ ਪੰਜਾਬ ਵਿੱਚ ਕਾਂਗਰਸ ਦੇ ਗੱਦੀ ਪਿਆਰਿਆਂ ਨੇ ਲਿਆ ਹੁੰਦਾ, ਨਾ ਅੱਜ ਪੰਜਾਬ ਦੇ ਪਾਣੀਆਂ ਦਾ ਰੌਲਾ ਹੁੰਦਾ, ਕਿਉਂਕਿ ਇੰਦਰਾ ਗਾਂਧੀ ਨੂੰ ਬੁਲਾ ਕੇ ਟੱਕ ਲਵਾਉਣ ਦੀ ਕੀ ਲੋੜ ਸੀ। ਚਲੋ ਮੈਂ ਆ ਰਿਹਾ ਉਸ ਤੇ ਵੀ, ਪਰ ਸਵਾਲ ਇਹ ਹੈ ਮਹਿਸ਼ਿੰਦਰ ਜੀ, ਜਿਹੜੀ ਅੱਜ ਦਾ ਬਿਆਨ ਹੈ ਸੁਨੀਲ ਜਾਖੜ ਦਾ, ਕਾਂਗਰਸ ਦੇ ਪ੍ਰਧਾਨ ਨੇ, ਉਹ ਕਹਿੰਦੇ ਨੇ ਕਿ ਵਿਜੇ ਸਾਂਪਲਾ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਸ਼ਾਂਤ ਕਰਨ ਦੀ ਜ਼ਿੰਮੇਵਾਰੀ ਤੇ ਸਮਝਾਉਣ ਦੀ ਜ਼ਿੰਮੇਵਾਰੀ, ਸੈਟੀਸਫਾਈ ਕਰਨ ਦੀ ਜ਼ਿੰਮੇਵਾਰੀ ਅਕਾਲੀ ਦਲ ਦੀ ਸੀਗੀ, ਅਕਾਲੀ ਦਲ ਫੇਲ ਹੋਇਆ। ਇਹ ਗੱਲ ਸਾਹਮਣੇ ਆ ਗਈ ਹੈ ਕਿ ਅਕਾਲੀ ਦਲ ਸੈਟੀਸਫਾਈ ਕਰਨ ਦੇ ਵਿੱਚ ਫੇਲ ਹੋਣ ਕਰਕੇ ਹੀ ਇਹ ਜਿਹੜਾ ਅਕਾਲੀ ਦਲ ਨੂੰ ਅਲਾਇੰਸ ਆ ਉਹ ਛੱਡਣਾ ਪਿਆ। ਬਿਲਕੁਲ ਝੂਠ, ਬਿਲਕੁਲ ਨਿਰਆਧਾਰ। ਹੁਣ ਪਤਾ ਪੋਜੀਸ਼ਨ ਕੀ ਹੈ? ਜਾਖੜ ਜੀ ਨੂੰ ਬੀਜੇਪੀ ਦਾ ਬਿਆਨ ਚੰਗਾ ਲੱਗੂ, ਬੀਜੇਪੀ ਨੂੰ ਸ਼ਾਇਦ ਜਾਖੜ ਸਾਹਿਬ ਦਾ ਬਿਆਨ ਚੰਗਾ ਲੱਗੇ। ਉਹਦਾ ਕਾਰਨ ਕੀ ਹੈ? ਕਿਉਂਕਿ ਆਹ ਜਿਹੜੇ ਕਾਨੂੰਨ ਹੁਣ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਬਣਾਏ ਹੈ, ਇਹ 2008 ਵਿੱਚ ਤੇ 2011 ਵਿੱਚ ਸਰਦਾਰ ਮਨਮੋਹਨ ਸਿੰਘ ਦੀ ਸਰਕਾਰ ਬਣਾਉਣ ਲੱਗੀ ਸੀ। ਤੁਸੀਂ ਉਹ ਦੇਖਿਆ ਹੋਣਾ, ਤੁਸੀਂ ਤਾਂ ਕਿਉਂਕਿ ਇਲੈਕਟ੍ਰੋਨਿਕ ਮੀਡੀਆ 'ਚੋਂ ਕਪਿਲ ਸਿੱਬਲ ਦੀ ਸਟੇਟਮੈਂਟ ਕਾਂਗਰਸ ਦੇ ਸਰਕਾਰ ਵੱਲੋਂ ਆਹ ਸਾਰੀਆਂ ਗੱਲਾਂ ਜਸਟੀਫਾਈ ਕਰਨ ਨੂੰ, ਤੇ ਭਾਰਤੀ ਜਨਤਾ ਪਾਰਟੀ ਦੇ ਮਹਿਰੂਮ ਨੇਤਾ ਮੈਡਮ ਸੁਸ਼ਮਾ ਸਵਰਾਜ ਵੱਲੋਂ ਇਹਨਾਂ ਸਾਰਿਆਂ ਦੀ ਨਿੰਦਿਆ, ਜਿੱਥੇ ਉਹਨੇ ਕਿਹਾ ਕਿ ਆੜਤੀਆ ਤਾਂ ਕਿਸਾਨ ਦਾ ATM ਹੈ, ਜਿੱਥੋਂ ਜਦੋਂ ਮਰਜ਼ੀ ਪੈਸੇ ਕਢਾਵੇ। ਉਹ ਹੁਣ ਇੱਕ ਦੂਜੇ ਨੂੰ ਬਚਾਉਣ ਦੀ ਕੋਸ਼ਿਸ਼ ਕਰਨਗੇ। ਅਕਾਲੀ ਦਲ ਕਦੇ ਇਹੋ ਜਿਹੇ ਸੌਦਿਆਂ 'ਚ ਨਹੀਂ ਪੈਂਦਾ। ਮੈਂ ਤਾਂ ਇੱਕੋ ਗੱਲ ਕਹਿੰਦਾ ਜਾਖੜ ਸਾਹਿਬ ਨੂੰ ਕਿ ਜਾਖੜ ਸਾਹਿਬ, ਤੁਸੀਂ ਅੱਜ ਤੱਕ ਪੰਜਾਬ ਦੇ ਲੋਕਾਂ ਨੂੰ ਦੋ ਗੱਲਾਂ ਦਾ ਜਵਾਬ ਦੇ ਦਿਓ ਕਿ ਤੁਸੀਂ 2017 ਦਾ ਜਿਹੜਾ ਆਪਣਾ ਚੋਣ ਮੈਨੀਫੈਸਟੋ ਦਿੱਤਾ, ਉਹਦੇ 'ਚ ਲਿਖਿਆ ਨਹੀਂ ਸੀ ਕਿ ਮੰਡੀਆਂ ਪ੍ਰਾਈਵੇਟ ਕਰਾਂਗੇ, ਈ ਟ੍ਰੇਡਿੰਗ ਕਰਾਂਗੇ। ਉਹ ਕਹਿੰਦੇ ਫਰਕ ਹੈ ਬਿੱਲਾਂ ਦੇ ਨਾਲੋਂ ਤੇ ਉਸ ਮੈਨੀਫੈਸਟੋ ਦੇ ਵਿੱਚ। ਉਹਨਾਂ ਦੇ ਕਹਿਣ ਨੂੰ ਗੱਲ, ਜਿਹੜਾ 2017 ਦਾ ਉਹਨਾਂ ਨੇ ਐਕਟ ਪਾਸ ਕੀਤਾ, ਉਹਦੇ 'ਚ ਈ ਟ੍ਰੇਡਿੰਗ ਨਹੀਂ ਲਾਗੂ ਕੀਤੀ, ਉਹਦੇ 'ਚ ਪ੍ਰਾਈਵੇਟ ਪਲੇਅਰ ਨਹੀਂ ਲਾਗੂ ਕੀਤੇ,
ਪ੍ਰਾਈਵੇਟ ਮੰਡੀ ਨਹੀਂ ਕ੍ਰੀਏਟ ਕੀਤੀ। ਫਿਰ ਉਦੋਂ ਵੱਡੀ ਗੱਲ ਜਿਹੜਾ 2019 ਦਾ ਆਲ ਇੰਡੀਆ ਕਾਂਗਰਸ ਦਾ ਹੈਗਾ, ਉਹਨਾਂ ਨੇ ਕਿਹਾ APMC ਐਕਟ ਖਤਮ ਕਰ ਦਿਆਂਗੇ। ਰਾਹੁਲ ਗਾਂਧੀ ਦੀ ਬਾਹਰ ਫੋਟੋ ਹੈ। ਪਹਿਲਾਂ ਤਾਂ ਜਾਖੜ ਸਾਹਿਬ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਹੜਾ 2017 ਤੇ 2019 ਦਾ ਮੈਨੀਫੈਸਟੋ ਬਣਾਇਆ, ਉਹਦੇ ਲਈ ਪੰਜਾਬ ਦੀ ਕਿਸਾਨੀ ਤੋਂ ਮਾਫੀ ਮੰਗਣੀ ਚਾਹੀਦੀ ਹੈ ਕਿ ਅਸੀਂ ਗੁਨਾਹ ਕਰਨ ਲੱਗੇ ਸੀਗੇ। ਤੇ ਮੈਂ ਹੋਰ ਵੱਡੀ ਗੱਲ ਕਹਿਣਾ ਜਾਖੜ ਸਾਹਿਬ ਨੂੰ, ਜਾਖੜ ਸਾਹਿਬ ਜੀ ਐਡੇ ਦੁੱਧ ਧੋਤੇ ਹੋ, ਜਦ ਤੁਹਾਡੀ ਮੀਟਿੰਗ ਬੁਲਾਈ ਪੰਜਾਬ ਸਰਕਾਰ ਦਾ ਨੁਮਾਇੰਦਾ ਸਰਦਾਰ ਮਨਪ੍ਰੀਤ ਸਿੰਘ ਬਾਦਲ ਗਿਆ 2 ਮੀਟਿੰਗਾਂ 'ਚ, ਤੇ ਉੱਥੇ ਆਪਣੀ ਸਹਿਮਤੀ ਦੇ ਕੇ ਆਇਆ ਇਹ ਬਿੱਲਾਂ ਨੂੰ, ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਆ ਕੇ ਕਿਉਂ ਨਹੀਂ ਗੱਲ ਦੱਸੀ? ਉਹ ਕਹਿੰਦੇ ਸਹਿਮਤੀ ਨਹੀਂ ਦਿੱਤੀ, ਸਾਨੂੰ ਸਿਰਫ ਦੱਸਿਆ ਗਿਆ, ਪੁੱਛਿਆ ਨਹੀਂ ਗਿਆ। ਫਿਰ ਨਹੀਂ ਦੱਸਿਆ, ਉਹ ਚਲੋ ਮੰਨ ਲਓ ਉਹਨਾਂ ਦੀ ਗੱਲ ਠੀਕ ਹੋਊ, ਉਹ ਦੱਸਿਆ ਕਿਉਂ ਨਹੀਂ ਆ ਕੇ ਕਿ ਜੀ ਦਿੱਲੀ ਦੀ ਆਹ ਨੀਅਤ ਹੈ? ਜੇ ਉਦੋਂ ਰੌਲਾ ਪਿਆ ਹੁੰਦਾ ਗੱਲ ਹੀ ਨਾ ਹੁੰਦੀ। ਅਸੀਂ ਨਾਲ ਸਹਿਯੋਗੀ ਹੋਣ ਕਰਕੇ ਸਾਨੂੰ ਪਤਾ ਨਹੀਂ ਕਿ ਆਹ ਖਿਚੜੀ ਪੱਕ ਰਹੀ ਹੈ। ਇਹ ਪੰਜਾਬ ਵਿੱਚ ਸਰਕਾਰ ਹੋਣ ਦੇ ਨਾਤੇ 2 ਚੀਫ ਮਿਨਿਸਟਰ ਕਮਲਨਾਥ ਤੇ ਕੈਪਟਨ ਅਮਰਿੰਦਰ ਸਿੰਘ, ਇਹ ਦੋਨੋਂ ਉਹਦੇ ਮੈਂਬਰ ਸੀ, ਇਹਨਾਂ ਨੂੰ ਪਤਾ ਸੀ, ਫਿਰ ਇਹਨਾਂ ਨੇ ਹਵਾ ਕਿਉਂ ਨਾ ਕੱਢੀ? ਅੱਛਾ, ਤੁਹਾਨੂੰ ਕਿਉਂ ਨਹੀਂ ਪੁੱਛਿਆ ਗਿਆ? ਵਾਰ-ਵਾਰ ਸੁਖਬੀਰ ਸਿੰਘ ਬਾਦਲ ਕਹਿ ਰਹੇ ਨੇ ਕਿ ਸਭ ਤੋਂ ਪੁਰਾਣਾ ਅਲਾਇੰਸ ਪਾਰਟੀ ਹੋਵੇ, ਕਿਸਾਨਾਂ ਦੀ ਹਤੈਸ਼ੀ ਪਾਰਟੀ ਹੋਵੇ, ਕਿਸਾਨਾਂ ਲਈ ਲੜਦੀ ਆ ਰਹੀ ਹੋਵੇ, ਤੇ ਭਾਜਪਾ ਨੇ ਤੁਹਾਨੂੰ ਪੁੱਛਿਆ ਕਿਉਂ ਨਹੀਂ? ਖੇਤੀ ਉਹਦਾ ਮੈਂ ਜਿਹੜਾ ਕਾਰਨ ਸਮਝਦਾ ਜੀ, ਉਹਦਾ ਰਾਣਾ ਸਾਹਿਬ ਕਾਰਨ ਉਹਨਾਂ ਦਾ ਇਹ ਹੋਣਾ ਕਿ ਅਕਾਲੀ ਦਲ ਤਾਂ ਸਾਡਾ ਲਾਈ ਹੈ, ਜੋ ਕਰਾਂਗੇ ਉਹਨੂੰ ਮੋਹਰ ਲਾਊਗਾ ਕਿ ਕਾਂਗਰਸ ਦੀ ਉੱਥੇ ਸਰਕਾਰ ਹੈ, ਜੇ ਅਸੀਂ ਪੰਜਾਬ 'ਚੋਂ ਕਾਂਗਰਸ ਦੀ ਸਰਕਾਰ ਨੂੰ ਨਾਲ ਸਹਿਮਤ ਕਰ ਲਾਂਗੇ, ਅਕਾਲੀ ਦਲ ਲਾਈ ਹੈ, ਵਿਰੋਧ ਹੋਣਾ ਨਹੀਂਗਾ। ਮੈਂ ਜਿਹੜਾ ਸਮਝਦਾ ਕਿ ਨਹੀਂ, ਅਦਰਵਾਈਜ਼ ਤਾਂ ਮਾੜੀ ਜੀ ਸਮਝ ਵਾਲਾ ਵੀ ਹੈ ਬੰਦਾ ਜਿਹੜਾ ਰਾਜਨੀਤਿਕ ਸਮਝ ਰੱਖਦਾ, ਉਹ ਆਪਣੇ ਨਾਲ ਦੇ। ਇਸ ਗੱਲ 'ਚ ਸੱਚਾਈ ਹੈ ਕਿ ਵਾਕਿਆ ਨਹੀਂ ਪੁੱਛਿਆ ਗਿਆ, ਦੱਸਿਆ ਨਹੀਂ ਗਿਆ? ਇਹ 200% ਦੀ ਸੱਚਾਈ ਹੈ। ਕੋਈ ਕਾਗਜ਼ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਦੀ ਸਰਕਾਰ ਅੱਜ ਤੱਕ ਦਿਖਾ ਦੇ ਜਿਹਨੇ ਉਹਨਾਂ ਨੂੰ ਪਹਿਲੀ ਵਾਰ ਕੈਬਨਿਟ 'ਚ ਲਿਆਉਣ ਵੇਲੇ, ਆਰਡੀਨੈਂਸ ਬਣਾਉਣ ਵੇਲੇ ਤੋਂ ਪਹਿਲਾਂ ਕਦੇ ਵੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਕਲੌਤੇ ਵਜ਼ੀਰ ਬੀਬਾ ਹਰਸਿਮਰਤ ਕੌਰ ਨਾਲ ਇਹਦੇ ਬਾਰੇ ਗੱਲ ਕੀਤੀ। ਨਾਲ ਮੈਂ ਦੂਸਰਾ ਗੱਲ ਚੈਲੰਜ ਕਾਂਗਰਸ ਨੂੰ ਵੀ ਕਰਦਾ, ਤੇ ਜੇ ਕੋਈ ਸਾਡੇ ਫੈਸਲੇ ਦਾ ਵਿਰੋਧ ਕਰਦਾ ਉਹਨੂੰ ਵੀ ਕਰਦਾ ਕਿ ਇਹ ਜਿਹੜਾ ਸਰਕਾਰੀ ਸੀਕ੍ਰੇਟ ਐਕਟ ਹੈ, ਚਲੋ ਮੈਂ ਤਾਂ ਉੱਥੇ ਤੱਕ ਪਹੁੰਚ ਨਹੀਂ ਸਕਦਾ, ਪਰ ਮੈਨੂੰ ਜੋ ਮੈਡਮ ਹਰਸਿਮਰਤ ਨੇ ਟੈਲੀਵਿਜ਼ਨ 'ਤੇ ਦੱਸਿਆ, ਜੋ ਸਪੀਚਾਂ 'ਚ ਦੱਸਿਆ, ਉਹਨਾਂ ਨੇ ਜਦ ਆਰਡੀਨੈਂਸ ਲਈ ਫਾਈਲ ਉਹਨਾਂ ਦੇ ਕੋਲ ਆਈ, ਉਹਨਾਂ ਨੇ ਆਪਣੇ ਨੋਟ ਵਿੱਚ ਵੀ ਲਿਖਿਆ ਕਿ ਸਟੇਕ ਹੋਲਡਰਸ ਨੂੰ ਕੌਨਫੀਡੈਂਸ 'ਚ ਲਏ ਬਿਨਾਂ ਇਹਨੂੰ ਪਾਸ ਨਾ ਕੀਤਾ ਜਾਵੇ। ਜੇ ਇਹ ਗੱਲ ਨਹੀਂ ਸੱਚੀ, ਉਹ ਕਾਗਜ਼ ਦਿਖਾ ਦੇਣ ਕਿ ਜੀ ਮੈਡਮ ਹਰਸਿਮਰਤ ਨੇ ਤਾਂ ਹਾਂ ਕੀਤੀ ਹੈ, ਇਹ ਗੱਲ ਨਹੀਂ ਲਿਖੀ। ਜੇ ਲਿਖੀ ਹੈ ਤਾਂ ਹੀ ਨਹੀਂ ਦਿਖਾ ਰਹੇ ਨੇ। ਹੁਣ ਅਗਲਾ ਸਵਾਲ ਇਹ ਹੈ ਕਿ ਹੁਣ ਅਕਾਲੀ ਦਲ ਤੇ ਭਾਜਪਾ ਜਿਹੜੀਆਂ ਦੋਵੇਂ ਪੋਲੀਟੀਕਲ ਪਾਰਟੀਆਂ ਨੇ, ਉਹ ਵੱਖ-ਵੱਖ ਹੋ ਚੁੱਕੀਆਂ ਨੇ। ਸਾਂਝ ਤੁਹਾਡੀ ਬਹੁਤ ਪੁਰਾਣੀ ਹੈ, ਚਾਹੇ ਜਨਸੰਘ ਨੂੰ ਲੈ ਕੇ, ਚਾਹੇ ਜਨਤਾ ਪਾਰਟੀ, ਉਹ ਤੋਂ ਬਾਅਦ NDA ਬਣਦੀ ਹੈ 97 ਦੇ ਨੇੜੇ ਤੇੜੇ ਆ ਕੇ, ਜਦੋਂ ਵਾਜਪਾਈ ਸਾਹਿਬ ਨੂੰ ਬਿਨਾਂ ਸ਼ਰਤ ਹਮਾਇਤ ਦਿੱਤੀ ਜਾਂਦੀ ਹੈ। ਉਦੋਂ ਤੋਂ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਚਾਹੇ ਲੋਕ ਸਭਾ ਦੀਆਂ ਚੋਣਾਂ ਹੋਣ, ਵਿਧਾਨ ਸਭਾ ਦੀਆਂ ਚੋਣਾਂ ਹੋਣ, ਕੋਈ ਵੀ ਚੋਣਾਂ ਹੋਣ, ਇਕੱਠੇ ਲੜਦੇ ਆਏ ਹੋ, ਤੇ ਹੁਣ ਅੱਡ ਲੜੋਗੇ, ਨੁਕਸਾਨ ਹੋਊਗਾ ਅਕਾਲੀ ਦਲ ਨੂੰ? ਨਹੀਂ, ਅਗਰ ਨੁਕਸਾਨ ਨਹੀਂ ਹੁੰਦਾ, ਦੇਖੋ ਮੈਂ ਤੁਹਾਨੂੰ ਦੱਸਾਂ, ਨੁਕਸਾਨ ਸਾਡਾ ਹੁੰਦਾ ਰਿਹਾ ਨਾਲ ਲੜਨ ਕਰਕੇ। ਤੁਸੀਂ 10 ਸਾਲ ਸੱਤਾ ਦਾ ਸੁੱਖ ਭੋਗੇ, ਹੁਣ ਕਹਿ ਰਹੇ ਨੁਕਸਾਨ ਹੋ ਰਿਹਾ। ਨਹੀਂ, ਮੈਂ ਤਾਂ ਸੁਣ ਲਓ ਗੱਲ, ਮੇਰੀ ਗੱਲ ਤਾਂ ਸੁਣੋ ਬਿਲਕੁਲ ਆਰਾਮ ਨਾਲ। ਸਾਰੇ ਦੇਸ਼ ਵਿੱਚ 2014 'ਚ ਮੋਦੀ ਵੇਵ ਸੀ, ਠੀਕ ਹੈ ਨਾ ਜੀ? ਪੰਜਾਬ ਦੇ ਨਤੀਜੇ ਕੀ ਸੀ? ਉਲਟ ਸੀ ਨਾ। 2019 ਵਿੱਚ 2014 ਨਾਲੋਂ ਵੀ ਵੱਧ ਸੀਟਾਂ ਜਿੱਤੀਆਂ ਭਾਰਤੀ ਜਨਤਾ ਪਾਰਟੀ ਨੇ, ਵੇਵ ਸੀ ਨਾ, ਤਾਂ ਹੀ ਜਿੱਤੀਆਂ। ਪੰਜਾਬ 'ਚ ਕੀ ਹੋਇਆ? ਪੰਜਾਬ 'ਚ 2 BJP 2 ਤੁਸੀਂ। ਉਲਟ ਹੋਇਆ ਨਾ। ਪੰਜਾਬ ਨੂੰ ਇੱਕ ਮਹਿਸੂਸ ਹੋਣ ਲੱਗ ਪਿਆ, ਪੰਜਾਬੀਆਂ ਨੂੰ ਇੱਕ ਗੱਲ ਦਾ ਮਹਿਸੂਸ ਹੋਣਾ ਲੱਗ ਪਿਆ। ਦੇਖੋ, ਪੰਜਾਬੀ ਦਾ ਜਿਹੜਾ ਬੇਸਿਕਲੀ ਸੁਭਾਅ ਨਾ ਜੀ, ਉਹ ਮਿਲ ਵਰਤਣ ਦਾ, ਭਾਈਚਾਰਕ ਸਾਂਝ ਦਾ, ਉਹ ਜ਼ਾਤਾਂ ਧਰਮਾਂ ਨੂੰ ਬਾਅਦ 'ਚ ਰੱਖਦਾ ਹੈਗਾ, ਆਪਸੀ ਪ੍ਰੇਮ ਪਿਆਰ ਨੂੰ ਪਹਿਲਾਂ ਰੱਖਦਾ ਹੈ। ਜਿਹੜੀਆਂ ਨੀਤੀਆਂ ਅਖਤਿਆਰ ਕੀਤੀਆਂ ਵੰਡ ਪਾਉਣ ਵਾਲੀਆਂ, ਉਹਨੂੰ ਪੰਜਾਬ ਨੇ ਐਕਸੈਪਟ ਨਹੀਂ ਕੀਤਾ। ਦੇਖੋ, ਇੱਕ ਗੱਲ ਹੈ, ਹਰ ਬੰਦਾ ਜਿਹੜਾ ਵੀ ਹਿੰਦੁਸਤਾਨੀ ਆ, ਭਾਵੇਂ ਉਹ ਸਿੱਖ ਆ, ਹਿੰਦੂ ਆ, ਮੁਸਲਮਾਨ ਆ, ਈਸਾਈ ਆ, ਉਹ ਮੁਲਕ ਨੂੰ ਇੱਕ ਸਟਰੋਂਗ ਮੁਲਕ ਚਾਹੁੰਦਾ ਹੈ। ਪਰ ਉਹ ਨਾਲ ਦੇ ਨਾਲ ਇਹ ਵੀ ਚਾਹੁੰਦਾ ਕਿ ਜਿਹੜੇ ਮੁਲਕ ਲਈ ਉਹ ਸਭ ਕੁਝ ਕਰਦਾ ਹੈਗਾ, ਉਹਦੇ ਵਿੱਚ ਉਹਨੂੰ ਸਤਿਕਾਰ ਵੀ ਉਹਦਾ ਮਿਲੇ, ਉਹਦੇ 'ਚ ਉਹਨੂੰ ਨੌਕਰ ਵਾਂਗੂ, ਲਾਗੀ ਵਾਂਗੂ, ਸਾਂਝੀ ਵਾਂਗੂ ਟਰੀਟ ਨਾ ਕੀਤਾ ਜਾਵੇ। ਇਹ ਮਹਿਸੂਸ ਹੋਣ ਲੱਗ ਪਿਆ ਪੰਜਾਬੀਆਂ ਨੂੰ ਕਿ ਸਾਨੂੰ ਦਿੱਲੀ ਵੱਲੋਂ ਬਣਦਾ ਸਤਿਕਾਰ ਨਹੀਂ ਮਿਲ ਰਿਹਾ। ਬਹੁਤ ਦੇਰ ਕਿਉਂ ਕਰ ਦਿੱਤੀ ਫਿਰ ਇਹ ਗੱਲ ਸਮਝਣ ਦੇ ਵਿੱਚ? ਚਲੋ, ਕਹਿੰਦੇ ਹੁੰਦੇ ਆ, ਅੰਗਰੇਜ਼ੀ ਦੀ ਕਹਾਵਤ ਆ ਰਾਣਾ ਜੀ, ਦੇਰ ਆਏ ਦਰੁਸਤ ਆਏ, ਇਟਸ ਨੈਵਰ ਟੂ ਲੇਟ। ਕਹਿੰਦੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ ਤਾਂ ਇਹ ਵੀ ਚੰਗਾ ਹੁੰਦਾ। ਪਰ ਦੇਖੋ, ਦੇਰ ਵੀ ਨਹੀਂ, ਇਹਦੇ 'ਚ ਕਾਰਨ ਕੀ ਹੈ? ਅਸੀਂ ਬੜੀ ਹੀ ਅਜੀਬੋ-ਗਰੀਬ ਸਥਿਤੀ 'ਚ ਦੀ ਲੰਘਦੇ ਹਾਂ। ਕਾਂਗਰਸ ਪੰਜਾਬ ਦੀ ਦੁਸ਼ਮਣ ਜਮਾਤ ਹੈ,
ਪੰਜਾਬੀ ਸੂਬੇ ਤੇ ਲੈ ਲਓ, ਪੰਜਾਬੀ ਸੂਬੇ ਤੋਂ ਬਾਅਦ ਲੈ ਲਓ, ਆਪਰੇਸ਼ਨ ਬਲੂ ਸਟਾਰ ਲੈ ਲਓ, ਹੋਰ ਲੈ ਲਓ। ਨਹੀਂ ਉਹ ਤਾਂ ਚਲੋ ਪੁਆਇੰਟ ਆਫ ਨੋ ਰਿਟਰਨ ਹੋ ਗਿਆ ਨਾ। ਜੇ ਆਜ਼ਾਦ ਹਿੰਦੁਸਤਾਨ ਵਿੱਚ ਸ਼੍ਰੀਮਾਨ ਮਾਸਟਰ ਤਾਰਾ ਸਿੰਘ ਜਿਨ੍ਹਾਂ ਨੇ ਆਪਣੀ ਕਿਸਮਤ ਹਿੰਦੁਸਤਾਨ ਨਾਲ ਜੋੜੀ, ਆਜ਼ਾਦ ਹਿੰਦੁਸਤਾਨ 'ਚ 1900 ਫਰਵਰੀ 1948 'ਚ ਜੇ ਕਿਸੇ ਪੋਲੀਟੀਕਲ ਆਦਮੀ ਨੂੰ ਪਹਿਲੀ ਹੱਥਕੜੀ ਲੱਗਦੀ ਹੈ ਤਾਂ ਸ਼੍ਰੀਮਾਨ ਮਾਸਟਰ ਤਾਰਾ ਸਿੰਘ ਨੂੰ ਲੱਗੀ। ਤੁਹਾਨੂੰ ਇਹ ਵੀ ਹੈਰਾਨੀ ਦੀ ਹੋਣੀ ਆ ਗੱਲ, ਮੈਂ ਇੱਕ ਦੱਸਾਂ ਹੋਰ ਰਾਣਾ ਜੀ, ਕਿ ਜਦ ਪੰਜਾਬੀ ਸੂਬੇ ਦਾ ਐਕਟ ਪੇਸ਼ ਹੋਇਆ ਨਾ, ਪੰਜਾਬੀ ਸੂਬਾ ਬਣਿਆ, ਅਕਾਲੀ ਦਲ ਨੇ ਉਹਦਾ ਵਿਰੋਧ ਕੀਤਾ। ਤੁਸੀਂ ਪੁੱਛੋਗੇ ਕਿਉਂ ਕੀਤਾ? ਅਕਾਲੀ ਦਲ ਤਾਂ ਚਾਹੁੰਦਾ ਸੀ। ਸਰਦਾਰ ਕਪੂਰ ਸਿੰਘ ICS ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਨੁਮਾਇੰਦਗੀ ਕਰਦੇ ਸੀ ਪਾਰਲੀਮੈਂਟ 'ਚ, ਤੇ ਉਹਨਾਂ ਨੇ ਜੋ ਆਪਣੀ ਅੰਗਰੇਜ਼ੀ ਦੀ ਸਪੀਚ ਵਿੱਚ ਲਾਸਟ ਪੈਰੇ 'ਚ ਲਿਖਿਆ, ਉਹਨੇ ਕਿਹਾ ਮੈਂ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮਤਾ ਨੰਬਰ ਇੰਨੇ ਦੀ ਰੂਹ ਨਾਲ ਇਸ ਪਾਰਲੀਮੈਂਟ ਨੂੰ ਅੱਜ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਬਦਦਿਆਨਤ ਸੋਚ ਨਾਲ ਮੌਜੂਦਾ ਪੰਜਾਬੀ ਸੂਬਾ ਬਣਾਇਆ ਜਾ ਰਿਹਾ ਹੈ, ਸ਼੍ਰੋਮਣੀ ਅਕਾਲੀ ਦਲ ਉਸ ਕਰਕੇ ਇਸ ਬਿੱਲ ਨੂੰ ਮੂਲੋਂ ਰੱਦ ਕਰਦਾ ਹੈ। ਜਿੰਨਾ ਚਿਰ ਵਰਕਿੰਗ ਕਮੇਟੀ ਵਿੱਚ ਪਾਏ ਰੈਜ਼ੋਲੂਸ਼ਨ ਦੇ ਮੁਤਾਬਕ ਇਹ ਬਿੱਲ ਨਹੀਂ ਆਉਂਦਾ, ਅਕਾਲੀ ਦਲ ਇਹਨੂੰ ਪ੍ਰਵਾਨ ਨਹੀਂ ਕਰਦਾ। ਠੀਕ ਹੈ ਮਹਿਸ਼ਿੰਦਰ ਜੀ, ਪਰ ਕਦੋਂ ਤੁਸੀਂ ਬਿਨਾਂ ਸ਼ਰਤ ਵੀ ਤਾਂ ਸਮਰਥਨ ਦਿੰਦੇ ਹੋ ਵਾਜਪਾਈ ਸਾਹਿਬ ਦੀ ਸਰਕਾਰ ਨੂੰ? ਦੇਖੋ, ਹਾਂ ਇੱਕ ਗੱਲ ਹੈ, ਅਟਲ ਬਿਹਾਰੀ ਵਾਜਪਾਈ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਇਹ ਦੋ ਸ਼ਖਸੀਅਤਾਂ ਸੀ ਜਿਨ੍ਹਾਂ ਦੇ ਮਿਹਨਤ ਦਾ ਸਦਕਾ, ਜਿਨ੍ਹਾਂ ਦੀ ਸੋਚ ਦਾ ਸਦਕਾ, ਜਿਨ੍ਹਾਂ ਦੇ ਐਟੀਟਿਊਡ ਦਾ ਸਦਕਾ, ਜਿਨ੍ਹਾਂ ਦੀ ਗੰਭੀਰਤਾ ਦਾ ਸਦਕਾ, ਜਿਨ੍ਹਾਂ ਨੇ ਕਾਂਗਰਸ ਦੇ ਉਲਟ ਇੱਕ ਸਾਂਝਾ ਫਰੰਟ ਖੜਾ ਕੀਤਾ। 28 ਪਾਰਟੀਆਂ ਦਾ ਉਹ ਕੋਲੀਸ਼ਨ ਸੀ ਅਟਲ ਬਿਹਾਰੀ ਵਾਜਪਾਈ ਦੀ, ਤੇ ਪੂਰੇ 5 ਸਾਲ ਚੱਲੀ। ਕੋਈ ਸਮਾਂ ਇਸ ਤਰ੍ਹਾਂ ਦਾ ਨਹੀਂ ਸੀ ਹੁੰਦਾ ਜਦੋਂ ਸ਼੍ਰੀ ਅਟਲ ਬਿਹਾਰੀ ਵਾਜਪਾਈ ਆਪਣੇ ਸਹਿਯੋਗੀਆਂ ਨੂੰ ਤੇ ਵਿਸ਼ੇਸ਼ ਤੌਰ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਰਾਏ ਨਹੀਂ ਸੀ ਕਰਦੇ ਕੋਈ ਫੈਸਲਾ ਲੈਣ ਤੋਂ ਪਹਿਲਾਂ। ਜਦੋਂ ਤੋਂ ਨਰਿੰਦਰ ਮੋਦੀ ਆਏ ਨੇ, ਅਮਿਤ ਸ਼ਾਹ ਆਏ ਨੇ, ਉਦੋਂ ਤੋਂ ਇਹ ਬਦਲਿਆ ਟ੍ਰੈਂਡ, ਇਗਨੋਰ ਕਰਨਾ ਸ਼ੁਰੂ ਕਰਤਾ। ਪਹਿਲੇ 5 ਸਾਲਾਂ 'ਚ ਥੋੜਾ ਘੱਟ, ਆਹ 2 ਸਾਲ ਵਿੱਚ, ਆਹ ਸਾਲ ਵਿੱਚ ਤਾਂ ਇੱਕ ਵਾਰੀ ਵੀ NDA ਦੀ ਮੀਟਿੰਗ ਨਹੀਂ ਹੋਈ। ਵਾਜਪਾਈ ਸਾਹਿਬ ਵੇਲੇ ਇਹ ਦਸਤੂਰ ਸੀ ਕਿ ਜਦ ਵੀ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੁੰਦਾ ਸੀ ਤੇ ਪਾਰਲੀਮੈਂਟ ਦਾ ਸੈਸ਼ਨ ਮੁੱਕਦਾ ਸੀ, ਉਦੋਂ ਉਹ ਆਪਣੇ ਸਹਿਯੋਗੀਆਂ ਨੂੰ ਚਾਹ ਤੇ ਖਾਣੇ ਤੇ ਬੁਲਾਉਂਦੇ ਹੁੰਦੇ ਸੀ ਤੇ ਸਾਰਿਆਂ ਨਾਲ ਵਿਚਾਰ ਵਟਾਂਦਰਾ ਕਰਦੇ ਸੀ। ਪਰ ਗੋਡੀ ਹੱਥ ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਹੁਣ ਵੀ ਅਮਿਤ ਸ਼ਾਹ ਵੀ ਲਾਉਂਦੇ ਰਹੇ ਤੇ ਨਰਿੰਦਰ ਮੋਦੀ ਵੀ ਲਾਉਂਦੇ ਰਹੇ, ਜਦ ਵੀ ਦੇਖਿਆ ਗਿਆ। ਦੇਖੋ, ਇਹ ਗੋਡਿਆਂ ਨੇ ਸਾਨੂੰ ਗੋਡਿਆਂ ਤੋਂ ਫੜਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਹੱਥ ਲਾ ਕੇ ਕੀਤਾ ਕੁਛ ਨਹੀਂ ਪੰਜਾਬ ਦੇ ਹਿੱਤਾਂ 'ਚ। ਅੱਛਾ, ਹੁਣ 2007 ਦੀ ਜਦੋਂ ਦੇਖਦੇ ਆਂ, 2012 ਦੀ ਦੇਖਦੇ ਆਂ, 2017 ਦਾ ਦੇਖਦੇ ਆਂ, ਤੁਹਾਡਾ ਜਿਹੜਾ ਪਿਛਲਾ ਰਿਕਾਰਡ ਹੈ, ਤਾਂ 2012 ਦੇ ਵਿੱਚ ਵੀ ਤੁਹਾਡੀ ਬੀਜੇਪੀ ਤੋਂ ਬਿਨਾਂ ਸਰਕਾਰ ਨਹੀਂ ਬਣਦੀ ਹੈਗੀ, 2007 ਦੇ ਵਿੱਚ ਵੀ ਤੁਹਾਡੀ ਬੀਜੇਪੀ ਤੋਂ ਬਿਨਾਂ ਸਰਕਾਰ ਨਹੀਂ ਬਣਦੀ। ਉਦੋਂ ਤੁਹਾਡੀਆਂ 48 ਸੀਟਾਂ ਆਈਆਂ ਤੇ 12 ਆਈਆਂ ਭਾਜਪਾ ਦੀਆਂ, ਤਾਂ ਤੁਹਾਡੀ ਸਰਕਾਰ ਬਣੀ। ਇਸ ਤੋਂ ਪਹਿਲਾਂ ਵੀ ਇਹੀ ਕੁਝ ਹੋਇਆ। ਅਸੀਂ ਨਹੀਂ, ਇੱਥੇ ਤੁਹਾਨੂੰ ਗਲਤ ਹੈ, ਸਾਡੇ ਕਰਕੇ ਬੀਜੇਪੀ ਸੱਤਾ 'ਚ ਆਉਂਦੀ ਰਹੀ। 59 ਸੀਟਾਂ ਚਾਹੀਦੀਆਂ ਹੁੰਦੀਆਂ ਨੇ, ਉਹ ਤੱਕ ਤੁਸੀਂ ਪਹੁੰਚੇ ਨਹੀਂ ਹੈਗੇ, ਨਾ 7 'ਚ ਪਹੁੰਚੇ, ਨਾ ਮੈਂ ਤੁਹਾਨੂੰ ਦੱਸਦਾ ਨਹੀਂ, 12 'ਚ ਪਹੁੰਚੇ, ਨਾ 7। ਤੁਸੀਂ ਮੈਂ ਗੱਲ ਸੁਣੋ ਨਾ ਜੀ। ਜਿਹੜੇ ਬੰਦੇ ਨੂੰ ਨਾ ਫੌੜੀਆਂ ਲੈ ਕੇ ਚੱਲਣ ਦਾ ਇਲਾਜ ਪੈ ਜੇ, ਉਹ ਜਦ ਫੌੜੀ ਲਾਉਂਦੇ ਆ ਨਾ, ਉਦੋਂ ਹੀ ਪਤਾ ਲੱਗਦਾ ਕਿ ਲੱਤਾਂ ਠੀਕ ਹੋ ਗਈਆਂ। ਹੁਣ ਠੀਕ ਨੇ ਲੱਤਾਂ? ਬਿਲਕੁਲ, ਲੱਤਾਂ ਭਾਰ ਚੱਲਦੀਆਂ ਨੇ, ਤਾਂ ਹੀ ਫੈਸਲਾ ਲਿਆ। ਸੁਣ ਲਓ ਮੇਰੀ ਗੱਲ, 1985 'ਚ ਅਸੀਂ ਬਿਲਕੁਲ ਇਕੱਲੇ ਲੜੇ ਜੀ, ਸਾਡੀਆਂ 78 ਸੀਟਾਂ ਆਈਆਂ। 1997 ਵਿੱਚ ਸਾਡੀਆਂ 79 ਸੀਟਾਂ ਆਈਆਂ, 15 ਬੀਜੇਪੀ ਦੀਆਂ ਆਈਆਂ, 94 ਸੀ ਸਾਡੀਆਂ ਹਾਊਸ 'ਚ, ਸਭ ਤੋਂ ਵੱਧ ਸੀ। ਸੁਣੋ ਹੈ ਜੀ, ਫਿਰ ਉਦੋਂ ਪਹਿਲਾਂ ਵੀ ਬੀਜੇਪੀ ਦੀਆਂ ਜਦ ਪਹਿਲੀ ਵਾਰ ਇਹਨਾਂ ਨੂੰ ਸੱਤਾ 'ਚ ਲਿਆ ਜੀ, ਅਕਾਲੀ ਦਲ ਦੀਆਂ 26 ਸੀ, ਬੀਜੇਪੀ ਦੀਆਂ ਉਦੋਂ ਜਨਸੰਘ ਕਹਿੰਦੇ ਸੀ, ਇਹਨਾਂ ਦੀਆਂ ਕੁੱਲ 4 ਸੀ। ਚਲੋ ਇੱਕ ਗੱਲੋਂ ਮੈਂ ਤਾਂ ਦੱਸ ਦਵਾਂ ਤੁਹਾਨੂੰ, ਮੈਂ ਡਾਟਾ ਦੇਖ ਰਿਹਾ ਸੀਗਾ, 2002 ਦੇ ਵਿੱਚ ਤੁਹਾਡੀਆਂ 41 ਆਈਆਂ, ਭਾਜਪਾ ਦੀਆਂ 3 ਆਈਆਂ। 2007 'ਚ ਤੁਹਾਡੀਆਂ 48 ਆ ਗਈਆਂ, ਭਾਜਪਾ ਦੀਆਂ 19 ਆ ਗਈਆਂ, ਤਾਂ ਸਰਕਾਰ ਬਣੀ ਹੈ। ਤੁਹਾਡੀਆਂ 48 ਸੀਗੀਆਂ। 2012 'ਚ ਤੁਹਾਡੀਆਂ 56 ਸੀਗੀਆਂ, ਭਾਜਪਾ ਦੀਆਂ 12 ਸੀਗੀਆਂ, ਸਰਕਾਰ ਫਿਰ ਭਾਜਪਾ ਨਾਲ ਹੀ ਬਣੀ ਹੈ। ਜਿਹੜੀ ਭਾਜਪਾ ਨੂੰ ਤੁਸੀਂ ਅੱਜ ਤੋੜ ਵਿਛੋੜਾ ਕਰ ਲਿਆ, ਉਹ ਤੋਂ ਬਿਨਾਂ ਤੁਹਾਡੀ ਸਰਕਾਰ ਬਣੀ ਨਹੀਂ। ਦੇਖੋ, ਮੈਂ ਇੱਕ ਤੁਹਾਨੂੰ ਗੱਲ ਦੱਸਾਂ, ਪਹਿਲੀ ਗੱਲ, ਸ਼੍ਰੋਮਣੀ ਅਕਾਲੀ ਦਲ ਸੱਤਾ ਦਾ ਨਹੀਂ ਭੁੱਖਾ, ਸਿਧਾਂਤਾਂ ਦਾ ਭੁੱਖਾ। ਸਰਕਾਰ ਸਾਡੇ ਲਈ ਦੂਸਰੀ ਪ੍ਰਾਇਰਟੀ ਹੈ, ਪਹਿਲੇ ਸਿਧਾਂਤ ਹੈ ਜੀ। ਪੰਥ ਤੇ ਪੰਜਾਬ ਦੀ ਗੱਲ, ਪੰਜਾਬੀਆਂ ਦੇ ਹੱਕਾਂ ਦੀ ਗੱਲ, ਉਹਨਾਂ ਨਾਲ ਕਦੇ ਸਮਝੌਤਾ ਨਹੀਂ ਹੋ ਸਕਦਾ। ਸਰਕਾਰਾਂ ਵਾਰੀਆਂ ਜਾ ਸਕਦੀਆਂ ਨੇ, ਜੇ ਵਜ਼ੀਰੀਆਂ ਛੱਡੀਆਂ ਜਾ ਸਕਦੀਆਂ ਨੇ, ਸਰਕਾਰਾਂ ਵਾਰੀਆਂ ਜਾ ਸਕਦੀਆਂ ਨੇ, ਪਰ ਗੈਰ ਸਿਧਾਂਤਕ ਗੱਲਾਂ ਨੂੰ ਅਪਣਾ ਕੇ ਸਰਕਾਰਾਂ ਨਹੀਂ ਬਣਾਈਆਂ ਜਾ ਸਕਦੀਆਂ। ਠੀਕ ਹੈ, ਬੜੀ ਸਪਸ਼ਟ ਗੱਲ ਹੈ। ਜਿੱਥੇ ਪੰਜਾਬੀਆਂ ਦੇ ਨਾਲ ਅਨਿਆਏ ਦੀ ਗੱਲ ਹੋਊਗੀ, ਜਿੱਥੇ ਪੰਜਾਬੀਆਂ ਨਾਲ ਜ਼ਿਆਦਤੀ ਦੀ ਗੱਲ ਹੋਊ, ਜਿੱਥੇ ਪੰਜਾਬੀਆਂ ਦੇ ਮਾਣ ਤੇ ਸਨਮਾਨ ਨੂੰ ਸੱਟ ਵੱਜਦੀ ਹੋਊ, ਜਿੱਥੇ ਪੰਜਾਬੀਆਂ ਦੀ ਬੋਲੀ ਦਾ ਨਰਾਦਰ ਕੀਤਾ ਜਾਊ,
ਜਿੱਥੇ ਪੰਜਾਬੀਆਂ ਦੇ ਬਣਦੇ ਹੱਕ ਨਹੀਂ ਦਿੱਤੇ ਜਾਣਗੇ, ਉਹਨਾਂ ਹੱਕਾਂ ਲਈ ਸ਼੍ਰੋਮਣੀ ਅਕਾਲੀ ਦਲ ਲੜਾਈ ਕਰੂ। ਸਰਕਾਰ ਦੂਜੇ ਨੰਬਰ ਤੇ ਹੈ। ਠੀਕ ਹੈ। ਹੁਣ ਇੱਕ ਜਿਹੜਾ ਖਦਸ਼ਾ ਇਹ ਹੈ, ਜਾਂ ਜਿਹੜੇ ਮਾਹਰ ਮੰਨਦੇ ਨੇ ਸਿਆਸੀ, ਕਿ ਇੱਕ ਤਾਂ ਸ਼ਹਿਰੀ ਵੋਟ ਉਹ ਜਿਹੜੀ ਆ ਅਕਾਲੀ ਦਲ ਦੇ ਨਾਲ ਜ਼ਿਆਦਾ ਨਹੀਂ ਖੜਦੀ, ਵਪਾਰੀ ਵੋਟ ਨਹੀਂ ਖੜਦੀ, ਉਹ ਭਾਜਪਾ ਦੇ ਨਾਲ ਸੰਬੰਧਿਤ ਸੀਗੀ, ਤੇ ਹਿੰਦੂ ਭਾਈਚਾਰੇ ਦੀ ਵੋਟ ਵੀ ਜ਼ਿਆਦਾ ਭਾਜਪਾ ਦੇ ਨਾਲ ਸੰਬੰਧਿਤ ਸੀਗੀ। ਹੁਣ ਅਲਾਇੰਸ ਟੁੱਟਿਆ ਤਾਂ ਅਕਾਲੀ ਦਲ ਤੋਂ ਇਹ ਵੋਟ ਵੀ ਵੱਖ ਹੋ ਜਾਣੀ ਹੈ। ਮੈਂ ਤੁਹਾਨੂੰ ਇੱਕੋ ਗੱਲ ਦੱਸ ਦੇਣਾ, ਬਾਕੀ ਤੁਹਾਨੂੰ ਪਤਾ ਲੱਗ ਜੂ। ਲੁਧਿਆਣੇ ਤੋਂ ਵੱਡਾ ਸ਼ਹਿਰ ਤਾਂ ਵਪਾਰ ਕੋਈ ਨਹੀਂ ਨਾ ਜੀ। ਜੀ 1996 ਦੀ ਇਲੈਕਸ਼ਨ ਭਾਰਤੀ ਜਨਤਾ ਪਾਰਟੀ ਸਭ ਤੋਂ ਲਹਿਦਾ ਲੜੀ ਸੀ। ਸਾਡਾ ਬੀਐਸਪੀ ਨਾਲ ਅਲਾਇੰਸ ਸੀਗਾ। ਉਦੋਂ 8 ਤੁਸੀਂ ਸੀ, 3 ਅਸੀਂ ਲੁਧਿਆਣੇ ਦੀ ਪਾਰਲੀਮੈਂਟਰੀ ਸੀਟ। ਜੀ ਜੀ ਜੀ। ਉਦੋਂ ਇਹ ਕਹਿ ਰਹੇ ਸੀਗੇ ਕਿ ਸਰਦਾਰਨੀ ਜਸਵੰਤ ਕੌਰ ਸਾਹਿਬ ਬੈਂਸ ਉਹਨਾਂ ਦੇ ਵਿਧਵਾ ਕਾਂਗਰਸ ਵੱਲੋਂ ਸੀ, ਤੇ ਸਾਡੇ ਵਿਰੋਧੀ ਇਹ ਕਹਿੰਦੇ ਸੀਗੇ ਕਿ ਪੰਜਾਬ ਦੇ ਲੋਕ ਸਰਦਾਰ ਬੇਅੰਤ ਸਿੰਘ ਦੀ ਇਸ ਕੁਰਬਾਨੀ ਤੇ ਬੜੇ ਖੁਸ਼ ਹੈ ਕਿ ਉਹਨੇ ਪੰਜਾਬ 'ਚ ਅਮਨ ਸ਼ਾਂਤੀ ਕੀਤੀ ਹੈ, ਤੇ ਇਹ ਤੁਸੀਂ ਅਕਾਲੀ ਲੱਭਣੇ ਨਹੀਂ ਜੀ। 97,000 ਵੋਟ ਉਦੋਂ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਇੱਥੋਂ ਗਿਆ ਸੀਗਾ, ਤੇ ਉਹਦੇ ਬਾਵਜੂਦ ਵੀ ਕਾਂਗਰਸ ਦੀ ਨੋਮਿਨੀ ਬੀਬੀ ਜਸਵੰਤ ਕੌਰ 85,000 ਵੋਟ ਤੇ ਅਕਾਲੀ ਦਲ ਤੋਂ ਹਾਰੀ ਸੀ। ਪੰਜਾਬ ਅਕਾਲੀ ਦਲ ਪੰਥ ਤੇ ਪੰਜਾਬ ਦਾ ਨੁਮਾਇੰਦਾ ਹੈ। ਕਿਹੜੇ ਪੰਥ ਦਾ? ਜਿਹੜੇ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ। ਸਰਬੱਤ ਵਿੱਚ ਕੌਣ ਆਉਂਦਾ? ਸਿੱਖ ਇਕੱਲੇ ਨਹੀਂ ਆਉਂਦੇ, ਹਿੰਦੂ, ਮੁਸਲਿਮ, ਸਿੱਖ, ਈਸਾਈ। ਅਸੀਂ ਸਮੁੱਚੀ ਭਾਈਚਾਰਕ ਸਾਂਝ ਲਈ, ਹਿੰਦੂ ਸਿੱਖ ਏਕਤਾ ਇਕੱਲੀ ਲਈ ਨਹੀਂ, ਸਮੁੱਚੀ ਭਾਈਚਾਰਕ ਸਾਂਝ ਦੀ ਲੜਾਈ ਲੜਦੇ ਆ। ਉਹਦੇ ਲਈ ਹਰ ਸਾਡਾ ਮੁੱਦਾ ਹੁੰਦਾ, ਹਰ ਕੁਰਬਾਨੀ ਹੁੰਦੀ ਹੈ। ਇਸ ਕਰਕੇ ਤੁਸੀਂ ਦੇਖਣਾ ਕਿ ਸ਼ਹਿਰਾਂ 'ਚ ਵੀ ਸਵੀਪ ਕਰੂ ਅਕਾਲੀ ਦਲ। ਲੋਕ ਤੰਗ ਸੀ, ਕਿਸੇ ਨੇ ਆਵਾਜ਼ ਨਹੀਂ ਚੁੱਕੀ GST ਤੋਂ। ਲੋਕ ਤੰਗ ਸੀ ਡੀਮੋਨੇਟਾਈਜੇਸ਼ਨ ਤੋਂ। ਇਹ ਤਾਂ ਤੁਸੀਂ ਸਮਝੋ ਕਿ ਅਕਾਲੀ ਦਲ ਨੇ ਆਪਣੇ ਤਨ ਤੇ ਹੰਢਾ ਲਈ ਉਹ ਰੋਸ ਲੋਕਾਂ ਦਾ, ਨੁਕਸਾਨ ਕਰਾ ਕੇ। 96 ਚ BSP ਨਾਲ ਅਲਾਇੰਸ ਸੀਗਾ, 3 ਸੀਟਾਂ BSP ਜਿੱਤੀ, 8 ਤੁਸੀਂ ਜਿੱਤੇ, 11 ਸੀਟਾਂ ਉਦੋਂ ਜਿੱਤੀਆਂ। ਹਾਂਜੀ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਅਲਾਇੰਸ ਕੋਈ ਹੋ ਸਕਦਾ? ਦੇਖੋ, ਇਹ ਸਮੇਂ ਦੀ ਸਥਿਤੀ ਮੁਤਾਬਕ ਕਿਹਾ ਜਾ ਸਕਦਾ। ਪੋਲੀਟਿਕਸ ਵਿੱਚ ਕੋਈ ਚੀਜ਼ ਨੂੰ ਇੰਨੀ ਪਹਿਲਾਂ ਪ੍ਰੈਡਿਕਟ ਕਰਨਾ ਬਹੁਤ ਮੁਸ਼ਕਿਲ ਹੁੰਦਾ। ਨਾਲੇ ਇਹ ਫੈਸਲੇ ਪਾਰਟੀਆਂ ਦੇ ਹੁੰਦੇ ਆ, ਮੇਰੇ ਇਕੱਲੇ ਤਾਂ ਨਹੀਂ। ਇਹੋ ਜਿਹੀ ਤੇ ਹੱਲ ਅੱਜ ਦੀ ਘੜੀ ਇਹੋ ਜਿਹੀ ਗੱਲ ਕੋਈ ਧਿਆਨ ਗੋਚਰੇ ਨਹੀਂ। ਠੀਕ ਹੈ। ਤੇ ਜਾਂਦੇ ਜਾਂਦੇ ਹੁਣ ਖਾਸ ਕਰ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਤੇ ਜਿਹੜਾ 1 ਅਕਤੂਬਰ ਨੂੰ ਵੱਡਾ ਤੁਸੀਂ ਇਕੱਠ ਵਿੱਢ ਰਹੇ ਹੋ ਤਖਤ ਸਾਹਿਬਾਨ ਤੋਂ, ਕੀ ਹੈਗਾ? ਦੇਖੋ, ਕਿਸਾਨੀ ਨੂੰ ਤਾਂ ਮੈਂ ਇੱਕੋ ਹੀ ਅਪੀਲ ਕਰਨੀ ਚਾਹੁੰਦਾ ਕਿ ਇਹ ਮੁੱਦਾ ਉਹਨਾਂ ਦਾ ਨਹੀਂ ਇਕੱਲਿਆਂ ਦਾ, ਪੰਜਾਬ ਸਾਰਾ ਉਹਨਾਂ ਦੇ ਨਾਲ ਹੈ। ਤੇ ਕਿਸਾਨ ਜਥੇਬੰਦੀਆਂ ਸਮੇਂ ਦੇ ਨਾਲ ਹੋਂਦ 'ਚ ਆਉਂਦੀਆਂ ਰਹੀਆਂ, ਲੋੜ ਮੁਤਾਬਕ ਆਉਂਦੀਆਂ ਰਹੀਆਂ, ਪਰ ਉਦੋਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਕਿਸਾਨੀ ਦਾ ਵਕੀਲ ਆ ਤੇ ਵਕਾਲਤ ਕਰਦਾ ਰਿਹਾ, ਤੇ ਉਹ ਵਕਾਲਤ ਕਰਨ ਲਈ ਵਚਨਬੱਧ ਹੈ। ਸਾਡਾ ਮੁੱਦਾ ਇੱਕੋ ਆ ਕਿ ਕਿਸਾਨੀ ਦੀਆਂ ਜਿਹੜੀਆਂ ਆਵਾਜ਼ ਮੰਗਾਂ ਨੇ ਉਹ ਬਿਲਕੁਲ ਮੰਗਣੀਆਂ ਜਾਣੀਆਂ ਚਾਹੀਦੀਆਂ। ਇਹ ਕਾਲਾ ਕਾਨੂੰਨ ਵਾਪਸ ਲੈ ਜਾਣਾ ਚਾਹੀਦਾ। ਇਸ ਤਰ੍ਹਾਂ ਇਸ ਗੱਲ ਵਿੱਚ ਜਿਸ ਤਰ੍ਹਾਂ ਦਾ ਸਹਿਯੋਗ ਕਿਸਾਨ ਜਥੇਬੰਦੀਆਂ ਸਾਤੋਂ ਚਾਹੁਣਗੀਆਂ, ਸ਼੍ਰੋਮਣੀ ਅਕਾਲੀ ਦਲ ਉਸ ਤਰ੍ਹਾਂ ਦਾ ਸਹਿਯੋਗ ਹਮੇਸ਼ਾ ਉਹਨਾਂ ਦੇ ਨਾਲ ਦੇਣ ਨੂੰ ਤਿਆਰ ਹੈ। ਅਸੀਂ ਇਹ ਚੌਧਰ ਲਈ ਨਹੀਂ, ਅਸੀਂ ਉਹਨਾਂ ਦੇ ਹਿੱਤਾਂ ਲਈ, ਉਹਨਾਂ ਦੀ ਮਜਬੂਰੀ ਨੂੰ ਸਮਝਦੇ ਹਾਂ ਕਿ ਅਨਿਆਂ ਹੋ ਰਿਹਾ। ਅਸੀਂ ਇਸ ਲੜਾਈ ਵਿੱਚ ਉਹਨਾਂ ਦੇ ਸਾਥੀ ਬਣੇ ਆ ਜੀ। ਦੂਸਰੀ ਗੱਲ ਹੈ, ਜਿਹੜਾ 1 ਤਰੀਕ ਨੂੰ ਅਸੀਂ ਜਿਹੜਾ 2 ਹੀ ਰਾਹ ਹੁੰਦੇ ਆ। ਜਦ ਕਾਨੂੰਨ ਪਾਰਲੀਮੈਂਟ ਪਾਸ ਕਰਦੇ, ਇੰਡੀਵਿਜੂਅਲ ਡੈਲੀਗੇਸ਼ਨ ਸਾਡਾ ਅਕਾਲੀ ਦਲ ਦਾ ਸਰ ਸੁਖਬੀਰ ਸਿੰਘ ਬਾਦਲ ਤੇ ਨਰੇਸ਼ ਗੁਜਰਾਲ ਪ੍ਰੈਜ਼ੀਡੈਂਟ ਨੂੰ ਪਰਸਨਲੀ ਰਿਕੁਐਸਟ ਕਰਿਆ, ਕਿਉਂਕਿ ਕਰੋਨੇ ਕਰਕੇ ਉਹਨਾਂ ਨੇ 2 ਬੰਦਿਆਂ ਦੇ ਡੈਲੀਗੇਸ਼ਨ ਨੂੰ ਅਲਾਓ ਕੀਤਾ ਸੀ ਜੀ ਕਿ ਇਹ ਐਕਟ ਨੂੰ, ਕਾਨੂੰਨ ਨੂੰ ਮਾਨਤਾ ਨਾ ਦੇਣਾ ਤੇ ਬਿੱਲ ਵਾਪਸ ਵਿਚਾਰਨ ਲਈ ਭੇਜੋ। ਹੁਣ ਅਸੀਂ 1 ਤਰੀਕ ਨੂੰ ਜੋ ਕਰ ਰਹੇ ਹਾਂ, ਅਸੀਂ 1 ਤਰੀਕ ਨੂੰ ਕਰ ਰਹੇ ਹਾਂ ਕਿ ਪੰਜਾਬ ਦੇ ਹਰ ਹਲਕੇ ਵਿੱਚੋਂ ਬਹੁਤ ਵੱਡਾ ਨੁਮਾਇੰਦਾ ਇਕੱਠ ਮੁਹਾਲੀ ਇਕੱਠਾ ਕਰਕੇ, ਉਦੋਂ ਬਾਅਦ ਅਸੀਂ ਪੰਜਾਬ ਦੇ ਗਵਰਨਰ ਨੂੰ, ਰਾਸ਼ਟਰਪਤੀ ਦਾ ਪੰਜਾਬ ਵਿੱਚ ਨੁਮਾਇੰਦਾ ਹੋਣ ਦੇ ਕਾਰਨ ਉਹਦੇ ਕੋਲ ਉਹ ਮੈਮੋਰੈਂਡਮ ਪ੍ਰੈਜ਼ੀਡੈਂਟ ਦੇ ਨਾਂ ਦਾ ਦੇ ਕੇ ਆਵਾਂਗੇ ਜੀ ਕਿ ਹਲੇ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਇਸ ਨੂੰ ਕਾਨੂੰਨ ਦਾ ਰੂਪ ਨਾ ਅਖਤਿਆਰ ਕਰੋ, ਇਹ ਬਿੱਲ ਰੱਦ ਕਰਕੇ ਦੁਬਾਰਾ ਵਿਚਾਰਨ ਲਈ ਪਾਰਲੀਮੈਂਟ ਨੂੰ ਭੇਜੋ। ਉਸ ਲਈ ਸਰ ਸੁਖਬੀਰ ਸਿੰਘ ਬਾਦਲ ਤਕਰੀਬਨ ਸਾਰੇ ਜ਼ਿਲ੍ਹਿਆਂ ਵਿੱਚ ਜਿਹੜੀਆਂ ਹੈਗੀਆਂ ਵਰਕਰ ਮੀਟਿੰਗ ਕਰ ਰਹੇ ਆ। ਕੱਲ੍ਹ ਪਟਿਆਲਾ, ਫਤਿਹਗੜ੍ਹ ਸਾਹਿਬ, ਲੁਧਿਆਣਾ ਕੀਤੀ, ਅੱਜ ਇਸ ਤਰ੍ਹਾਂ ਦੁਆਬੇ ਦੇ ਨੇ, ਪਰਸੋਂ ਤੇ ਚੌਥੇ ਫਿਰ ਉਹਨਾਂ ਨੇ ਮਾਝੇ 'ਚ ਕਰਨਾ ਹੈਗਾ। ਤਾਂ ਸਾਨੂੰ ਉਮੀਦ ਆ ਕਿ ਸਾਡਾ ਉਹ ਬਹੁਤ ਭਰਵਾਂ ਜਿਹੜਾ ਹੋਊਗਾ ਇਕੱਠ ਹੋਊਗਾ, ਤੇ ਉਹਦੇ ਵਿੱਚੋਂ ਨੁਮਾਇੰਦਾ ਲੋਕ ਜਾ ਕੇ ਗਵਰਨਰ ਨੂੰ, ਰਾਸ਼ਟਰਪਤੀ ਦੇ ਨਾਮ ਮੈਮੋਰੈਂਡਮ ਦੇ ਕੇ ਆਉਣਗੇ। ਲਾਸਟ ਸਵਾਲ ਹੈ ਕਿ ਇਸ ਫੈਸਲੇ ਤੋਂ ਬਾਅਦ ਜਿਹੜਾ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਹੁਣ ਸੋਚ ਵਿਚਾਰ ਹੈ, ਅਕਾਲੀ ਦਲ ਦੇ ਆਗੂਆਂ ਦੇ ਵਿੱਚ, ਤੇ ਤੁਹਾਨੂੰ ਕਿਸ ਤਰ੍ਹਾਂ ਦਾ ਜਿਹੜਾ ਹੁਣ ਫੀਡਬੈਕ ਜਾਂ ਰਿਸਪੌਂਸ ਮਿਲ ਰਿਹਾ? ਸਾਨੂੰ ਇਹ ਲੱਗਦਾ ਕਿ ਸਾਡੀ ਆਕਸੀਜਨ ਜਿਹੜੀ 90 ਤੇ ਆ ਗਈ ਸੀ 100 ਤੇ ਮੁੜ ਕੇ ਆ ਗਈ ਜੀ, ਬੂਸਟ ਹੋ ਗਿਆ। ਮਤਲਬ ਇੰਨਾ ਵੱਡਾ ਹੁਲਾਰਾ ਤੇ ਹੰਗਾਰਾ ਮਿਲਿਆ
ਮੈਂ ਕੱਲ ਦਾ ਦੇਖ ਰਿਹਾ ਸੀਗਾ ਅੱਜ ਕੱਲ੍ਹ ਤਾਂ ਵੈਸੇ ਉਹਨੂੰ ਬਹੁਤਾ ਡਿਸਾਈਸਿਵ ਨਹੀਂ ਕਹਿ ਸਕਦੇ, ਕਈ ਦਫਾ ਗਿਣੇ ਮਿੱਥੇ ਲੋਕ ਵੀ ਕਰਦੇ ਹੁੰਦੇ ਆ। ਫੇਸਬੁੱਕ ਤੇ ਲੱਖਾਂ ਦੀ ਗਿਣਤੀ 'ਚ ਜੀ ਵੈਲਕਮ ਕਰਨ ਦੇ ਆਏ ਆ, ਨਾਟ ਏ ਸਿੰਗਲ ਕਮੈਂਟ ਅਗੇਂਸਟ, ਜੀ ਨਾਟ ਏ ਸਿੰਗਲ ਕਮੈਂਟ। ਤੇ ਤੁਸੀਂ ਅੰਦਾਜ਼ਾ ਲਾ ਲਓ। ਠੀਕ ਹੈ, ਅਕਾਲੀ ਦਲ ਦੀ ਤਾਕਤ ਭਾਜਪਾ ਨਾਲ ਵੱਖ ਹੋ ਕੇ ਵਧੂਗੀ। ਅਕਾਲੀ ਦਲ ਦੇਖੋ, ਪਤਾ ਗੱਲ ਕੀ ਹੈ, ਕੋਈ ਵੀ ਬੇਲ ਬੂਟੇ ਤੇ ਚੜ੍ਹ ਜੇ, ਜਿੰਨਾ ਚਿਰ ਉਹ ਬੂਟੇ ਨੂੰ ਨਾ ਦੱਬੇ ਉਹ ਸ਼ਿੰਗਾਰ ਬਣ ਜਾਂਦੀ ਹੈ। ਪਰ ਜੇ ਜਿਹੜੇ ਬੂਟੇ ਤੇ ਚੜ੍ਹੀ ਹੈ ਤੇ ਉਹਦਾ ਹੀ ਸਾਹ ਕੁੱਟਣ ਲੱਗ ਪਏ, ਫੇਰ ਉਹ ਬੇਲ ਜਦ ਪਾਸੇ ਰਹਿ ਜੇ ਬੂਟਾ ਤਕੜਾ ਤਾਂ ਹੁੰਦਾ। ਅਮਰਬੇਲ ਸੀਗੀ ਭਾਜਪਾ, ਸਾਡੇ ਲਈ ਹੁਣ ਅਮਰਬੇਲ ਬਣ ਗਈ। ਚਲੋ ਬਹੁਤ ਧੰਨਵਾਦ ਤੁਹਾਡਾ ਮਹੇਸ਼ਿੰਦਰ ਸਿੰਘ ਗਰੇਵਾਲ ਜੀ। ਸੋ ਮਹੇਸ਼ਿੰਦਰ ਸਿੰਘ ਗਰੇਵਾਲ ਦੀ ਗੱਲਬਾਤ ਤੁਸੀਂ ਸੁਣੀ ਹੈ, ਜਿਨ੍ਹਾਂ ਦਾ ਕਹਿਣਾ ਇਹੀ ਹੈ ਕਿ ਅਕਾਲੀ ਦਲ ਹੁਣ ਹੋਰ ਤਕੜਾ ਹੋ ਗਿਆ ਹੈ। ਭਾਜਪਾ ਦਾ ਜਿਹੜਾ ਮੱਕੜ ਜਾਲ ਸੀਗਾ ਉਹਨੂੰ ਲਾ ਦਿੱਤਾ ਏ ਤੇ ਹੁਣ ਭਾਜਪਾ ਨਾਲੋਂ ਵੱਖ ਹੋ ਕੇ ਕਿਸਾਨੀ ਮੁੱਦਿਆਂ ਦੀ ਗੱਲ, ਪੰਥਕ ਮੁੱਦਿਆਂ ਦੀ ਗੱਲ, ਜਿਹੜੇ ਸਿੱਖਾਂ ਦੀ ਗੱਲ ਤੇ ਪੂਰੇ ਭਾਈਚਾਰੇ ਦੀ ਗੱਲ ਜਿਹੜਾ ਅਕਾਲੀ ਦਲ ਹੈ ਹੋਰ ਤਕੜੇ ਹੋ ਕੇ ਚੁੱਕੂਗਾ। ਤੇ ਖੇਤੀ ਬਿੱਲਾਂ ਦੇ ਵਿਰੋਧ ਦੇ ਵਿੱਚ ਵੱਡਾ ਇਕੱਠ ਜਿਹੜਾ 1 ਅਕਤੂਬਰ ਨੂੰ ਵੀ ਹੋ ਰਿਹਾ ਤੇ ਉਸ ਤੋਂ ਬਾਅਦ ਵੀ ਇਹ ਸੰਘਰਸ਼ ਜਿਹੜਾ ਇਸੇ ਤਰ੍ਹਾਂ ਜਾਰੀ ਰਹੂਗਾ। ਫਿਲਹਾਲ ਕੈਮਰਾਮੈਨ ਪ੍ਰਵਿੰਦਰ ਸਿੰਘ ਦੇ ਨਾਲ ਰਣਬੀਰ ਸਿੰਘ ਰਾਣਾ।